ਸਤਿ ਸ਼੍ਰੀ ਅਕਾਲ। ਮੈਂ ਬੀਟੀ ਗੁਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾ ਵਿਖੇ ਨਿੱਜੀ ਸੁਰੱਖਿਆ ਦਾ ਵੋਕੇਸ਼ਨ ਟ੍ਰੇਨਰ ਹਾਂ। NSQF ਦੇ ਅਧੀਨ ਚੱਲ ਰਹੇ ਵਿਸ਼ੇ ਨਿੱਜੀ ਸੁਰੱਖਿਆ ਦੇ ਬਾਰੇ ਅੱਜ ਆਪਾਂ ਕੁਝ ਜ਼ਰੂਰੀ ਟੌਪਿਕਾਂ ਦੀ ਗੱਲਬਾਤ ਕਰਾਂਗੇ। ਅੱਜ ਆਪਾਂ ਗੱਲ ਕਰਦੇ ਹਾਂ ਯੂਨਿਟ 3 ਬਾਰੇ। ਸੁਰੱਖਿਆ ਖੇਤਰ ਵਿਕਸਿਤ ਵਿੱਚ ਕਾਨੂੰਨੀ ਅਤੇ ਕਾਰਜ ਵਿਧੀ ਸੰਬੰਧੀ ਜ਼ਰੂਰਤਾਂ। ਕਿਸੇ ਵੀ ਕੰਮ ਨੂੰ ਚਲਾਉਣ ਦੇ ਲਈ ਉਹਦੇ ਲਈ ਵੱਖ-ਵੱਖ ਰੂਲ ਅਤੇ ਰੈਗੂਲੇਸ਼ਨ ਹੁੰਦੇ ਹਨ। ਇਸੇ ਤਰ੍ਹਾਂ ਸਿਕਿਉਰਿਟੀ ਸੈਕਟਰ ਦੇ ਵਿੱਚ ਵੀ ਕੁਝ ਵੱਖਰੇ ਰੂਲ ਅਤੇ ਰੈਗੂਲੇਸ਼ਨ ਹਨ, ਜਿਨ੍ਹਾਂ ਬਾਰੇ ਅੱਜ ਆਪਾਂ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਭਾਰਤ ਨੂੰ ਸੁਰੱਖਿਆ ਸੰਬੰਧੀ ਕਈ ਖਤਰੇ ਹਨ। ਸਰਕਾਰੀ ਅਦਾਰੇ, ਸੰਸਥਾਵਾਂ, ਜਨਤਕ ਅਤੇ ਧਾਰਮਿਕ ਸਥਾਨ, ਸੰਵੇਦਨਸ਼ੀਲ ਸਥਾਨ ਅਤੇ ਵਪਾਰਿਕ ਸਥਾਨ ਆਮ ਤੌਰ 'ਤੇ ਅਪਰਾਧੀਆਂ ਅਤੇ ਆਤੰਕਵਾਦੀਆਂ ਦੇ ਨਿਸ਼ਾਨੇ 'ਤੇ ਹੁੰਦੇ ਹਨ, ਜਿਸ ਦੇ ਮੱਦੇਨਜ਼ਰ ਸੁਰੱਖਿਆ ਦੀ ਜ਼ਰੂਰਤਾਂ ਕਈ ਗੁਣਾਂ ਅਤੇ ਕਈ ਪੱਖਾਂ ਤੋਂ ਵੱਧ ਗਈ ਹੈ। ਭਾਵੇਂ ਨਿੱਜੀ ਸੁਰੱਖਿਆ ਨਾ ਤਾਂ ਹਥਿਆਰਬੰਦ ਹੈ ਅਤੇ ਨਾ ਹੀ ਕਾਨੂੰਨ ਦੁਆਰਾ ਇਸ ਨੂੰ ਸ਼ਕਤੀਆਂ ਦਿੱਤੀਆਂ ਹਨ, ਫਿਰ ਵੀ ਨਿੱਜੀ ਸੁਰੱਖਿਆ ਕਰਮਚਾਰੀ ਦੀ ਹਾਜ਼ਰੀ ਜੁਰਮ ਅਤੇ ਹਿੰਸਾ ਨੂੰ ਰੋਕਦੀ ਹੈ। ਜਿਵੇਂ ਕਿ ਆਪਾਂ ਦੇਖਦੇ ਹਾਂ, ਕਿਸੇ ਸੰਸਥਾ ਦੇ ਵਿੱਚ ਉਸ ਦੇ ਆਕਾਰ ਦੇ ਅਨੁਸਾਰ ਹੀ ਸੁਰੱਖਿਆ ਅਧਿਕਾਰੀ ਨਿਯੁਕਤ ਕੀਤੇ ਹੁੰਦੇ ਹਨ, ਜਿਨ੍ਹਾਂ ਦੀ ਹਾਜ਼ਰੀ ਸੰਸਥਾ ਦੇ ਵਿੱਚ ਜੁਰਮ ਨੂੰ ਰੋਕਣ ਅਤੇ ਘੱਟ ਕਰਨ ਦੇ ਵਿੱਚ ਬਹੁਤ ਹੀ ਸਹਾਈ ਹੁੰਦੀ ਹੈ ਅਤੇ ਉੱਥੇ ਅਨੁਸ਼ਾਸਨ ਬਣਾਉਣ ਦੇ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਅੱਜ ਕੱਲ੍ਹ ਸਿਕਿਉਰਿਟੀ ਸੈਕਟਰ ਦੇ ਵਿੱਚ ਲੋਕਾਂ ਦੀ ਮੰਗ ਬਹੁਤ ਹੀ ਜ਼ਿਆਦਾ ਵੱਧ ਗਈ ਹੈ, ਕਿਉਂਕਿ ਸੰਸਥਾਵਾਂ ਦੇ ਵਿੱਚ ਅਣਸੁਖਾਵੀਆਂ ਘਟਨਾਵਾਂ ਹੋਣ ਦੇ ਚਾਂਸਿਸ ਬਹੁਤ ਵੱਧ ਗਏ ਹਨ। ਇਸ ਦੇ ਲਈ ਸੁਰੱਖਿਆ ਅਧਿਕਾਰੀਆਂ ਦੀ ਲੋੜ ਬਹੁਤ ਵੱਧ ਗਈ ਹੈ। ਸਰਕਾਰ ਲਈ ਨਿੱਜੀ ਸੁਰੱਖਿਆ ਦਾ ਵਿਸ਼ਾ ਬਹੁਤ ਮਹੱਤਵਪੂਰਨ ਰਿਹਾ ਹੈ। ਨਿੱਜੀ ਸੁਰੱਖਿਆ ਨੂੰ ਠੀਕ ਤਰ੍ਹਾਂ ਚਲਾਉਣ ਲਈ ਭਾਰਤ ਸਰਕਾਰ ਨੇ ਸੰਨ 2005 ਦੇ ਵਿੱਚ ਨਿੱਜੀ ਸੁਰੱਖਿਆ ਏਜੰਸੀਆਂ ਸੰਬੰਧੀ ਕਾਨੂੰਨ ਪਾਸ ਕੀਤਾ, ਜੋ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਕੰਟਰੋਲ ਕਰਦਾ ਹੈ ਅਤੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਬਣਾਉਂਦਾ ਹੈ, ਜੋ ਉਹਨਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਮਦਦ ਕਰਦੇ ਹਨ। PSARA ਪ੍ਰਾਈਵੇਟ ਸਿਕਿਉਰਿਟੀ ਏਜੰਸੀ ਰੈਗੂਲੇਸ਼ਨ। ਇਹ ਇੱਕ ਸੰਸਥਾ ਹੈ ਜੋ ਸਿਕਿਉਰਿਟੀ ਸੈਕਟਰ ਨੂੰ ਚਲਾਉਣ ਦੇ ਲਈ ਰੂਲ ਐਂਡ ਰੈਗੂਲੇਸ਼ਨ ਬਣਾਉਂਦੀ ਹੈ। ਇਸ ਨੂੰ ਚਲਾਉਣ ਦੇ ਲਈ ਭਾਰਤ ਸਰਕਾਰ ਨੇ PSARA ਐਕਟ 2005 ਲਾਗੂ ਕੀਤਾ ਸੀ। ਇਹ ਐਕਟ ਕਾਨੂੰਨ ਵਿਸਤ੍ਰਿਤ ਨਿਯਮਾਂ ਦੀ ਸੰਰਚਨਾ ਕਰਦਾ ਹੈ, ਪਰ ਲੋੜ ਹੈ ਕਿ ਸੂਬੇ ਦੀਆਂ ਸਰਕਾਰਾਂ ਇਹਨਾਂ ਨਿਯਮਾਂ ਦਾ ਐਲਾਨ ਕਰਨ ਅਤੇ ਲਾਗੂ ਕਰਨ। ਇਹ ਐਕਟ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕਾਨੂੰਨ ਬਣਾਉਂਦਾ ਹੈ ਅਤੇ ਲੋੜ ਅਨੁਸਾਰ ਉਹਨਾਂ ਵਿੱਚ ਫੇਰਬਦਲ ਕਰਦਾ ਹੈ। ਕਾਨੂੰਨ ਬਣਨ ਦੇ ਬਾਅਦ ਸੂਬੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ। ਕਾਨੂੰਨ ਬਣਾਉਣ ਦੇ ਨਾਲ ਇਹ ਐਕਟ ਨਿੱਜੀ ਸੁਰੱਖਿਆ ਏਜੰਸੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਲਾਇਸੈਂਸ ਅਤੇ ਉਹਨਾਂ ਦੀ ਸਿਖਲਾਈ ਸੰਬੰਧੀ ਸਿੱਧਾ ਜਾਂ ਨਿਰਦੇਸ਼ ਤਿਆਰ ਕਰਦਾ ਹੈ, ਜੋ ਕਿ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਬਣਨ ਦੇ ਲਈ ਪੂਰੇ ਕਰਨੇ ਪੈਂਦੇ ਹਨ। ਪਸਾਰਾ 2005 ਅਨੁਸਾਰ ਸੁਰੱਖਿਆ ਕਰਮਚਾਰੀ ਲਈ ਸਿਖਲਾਈ। ਇਹ ਕਾਨੂੰਨ ਸੁਰੱਖਿਆ ਕਰਮਚਾਰੀਆਂ ਦੇ ਲਈ ਸਿਖਲਾਈ ਅਤੇ ਸਰੀਰਕ ਪੱਧਰ ਤੈਅ ਕਰਦਾ ਹੈ। ਨਿੱਜੀ ਸੁਰੱਖਿਆ ਏਜੰਸੀਆਂ ਨੂੰ ਲਾਇਸੈਂਸ ਦੇਣ ਅਤੇ ਲਾਇਸੈਂਸ ਰੀਨਿਊ ਵੀ ਕਰਦਾ ਹੈ। ਭਾਰਤ ਵਿੱਚ ਬਹੁਤ ਨਿੱਜੀ ਸੁਰੱਖਿਆ ਏਜੰਸੀਆਂ ਹਨ, ਜਿਨ੍ਹਾਂ ਨੂੰ ਨਿਯੰਤਰਿਤ ਕਰਨ ਦੇ ਲਈ ਇਹ ਐਕਟ ਬਹੁਤ ਹੀ ਸਹਾਈ ਹੁੰਦਾ ਹੈ ਅਤੇ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਚਲਾਉਣ ਦੇ ਲਈ ਬਹੁਤ ਕਾਰਗਰ ਸਾਬਤ ਹੁੰਦਾ ਹੈ। ਪਸਾਰਾ ਐਕਟ ਦੇ ਕੁਝ ਮਹੱਤਵਪੂਰਨ ਨੁਕਤੇ ਵੀ ਹੁੰਦੇ ਹਨ, ਜਿਨ੍ਹਾਂ ਬਾਰੇ ਆਪਾਂ ਹੁਣ ਵਿਸਤਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਇਹ ਕਾਨੂੰਨ ਦਾ ਸਭ ਤੋਂ ਪਹਿਲਾਂ ਕੰਮ ਹੁੰਦਾ ਹੈ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਲਾਇਸੈਂਸ ਦੇਣਾ। ਨਿੱਜੀ ਸੁਰੱਖਿਆ ਏਜੰਸੀਆਂ ਨੂੰ ਲਾਇਸੈਂਸ ਦਿੰਦੀ ਹੈ ਅਤੇ ਇਹ ਉਹਨਾਂ ਦੇ ਲਾਇਸੈਂਸਾਂ ਦਾ ਨਵੀਨੀਕਰਨ ਵੀ ਕਰਦਾ ਹੈ। ਇਹ ਲਾਇਸੈਂਸ ਦੀ ਵੈਧਤਾ 1 ਜਾਂ 2 ਸਾਲ ਦੀ ਹੁੰਦੀ ਹੈ। 1 ਸਾਲ ਬਾਅਦ ਇਹ ਲਾਇਸੈਂਸ ਰੀਨਿਊ ਕਰਵਾਉਣਾ ਪੈਂਦਾ ਹੈ, ਜੋ ਕਿ ਸਾਰੀ ਜਾਂਚ ਪੜਤਾਲ ਦੇ ਬਾਅਦ ਹੀ ਰੀਨਿਊ ਕੀਤਾ ਜਾਂਦਾ ਹੈ। ਇਹ ਲਾਇਸੈਂਸ ਰੀਨਿਊ ਕਰਵਾਉਣ ਦੇ ਲਈ ਸੰਸਥਾ ਨੂੰ ਸਾਰੀਆਂ ਗਾਈਡਲਾਈਨਜ਼ ਅਤੇ ਫਾਰਮੈਲਿਟੀਜ਼ ਪੂਰੀ ਕਰਨੀਆਂ ਹੁੰਦੀਆਂ ਹਨ। ਉਹਨਾਂ ਦੇ ਅਧੀਨ ਹੀ ਇਹ ਲਾਇਸੈਂਸ ਰੀਨਿਊ ਹੁੰਦਾ ਹੈ ਅਤੇ ਨਵਾਂ ਲਾਇਸੈਂਸ ਮਿਲਦਾ ਹੈ। ਇਹ ਐਕਟ
ਨਿੱਜੀ ਸੁਰੱਖਿਆ ਅਧਿਕਾਰੀ ਦੀ ਸਿਖਲਾਈ, ਸਿੱਖਿਆ ਅਤੇ ਸਰੀਰਕ ਪੱਧਰ ਦਾ ਫਾਰਮੈਟ ਤਿਆਰ ਕਰਦਾ ਹੈ, ਜਿਸ ਦੇ ਅਨੁਸਾਰ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਸ ਦੀ ਸਿਖਲਾਈ ਦੇ ਘੰਟੇ ਤੈਅ ਕੀਤੇ ਜਾਂਦੇ ਹਨ ਵੀ ਕਿੰਨੇ ਘੰਟੇ ਉਸਨੇ ਲਿਖਤੀ ਪੜ੍ਹਾਈ ਪੜ੍ਹਨੀ ਹੈ ਅਤੇ ਕਿੰਨੇ ਘੰਟੇ ਪ੍ਰੈਕਟੀਕਲ ਕਰਨਾ ਹੈ। ਜਿਵੇਂ ਕਿ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਦੀ 160 ਘੰਟੇ ਦੀ ਟ੍ਰੇਨਿੰਗ ਹੁੰਦੀ ਹੈ, ਜਿਸ ਨੂੰ 100 ਅਤੇ 60 ਘੰਟੇ ਦੀ ਸ਼੍ਰੇਣੀ ਦੇ ਵਿੱਚ ਵੰਡਿਆ ਗਿਆ ਹੈ। 100 ਘੰਟੇ ਦੇ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ ਅਤੇ 60 ਘੰਟੇ ਦੀ ਫੀਲਡ ਟ੍ਰੇਨਿੰਗ ਵਾਸਤੇ ਦਿੱਤਾ ਜਾਂਦਾ ਹੈ। ਇਹ ਟ੍ਰੇਨਿੰਗ 20 ਦਿਨਾਂ ਤੱਕ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਉਸ ਦੀ ਬਣਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਪੂਰਾ ਟ੍ਰੇਨ ਕੀਤਾ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਦਸਤਾਵੇਜ਼ਾਂ ਬਾਰੇ। ਨਿੱਜੀ ਸੁਰੱਖਿਆ ਏਜੰਸੀਆਂ ਵੱਲੋਂ ਜ਼ਰੂਰੀ ਦਸਤਾਵੇਜ਼ ਤਿਆਰ ਕਰਨੇ। ਸਿਖਲਾਈ ਲੈ ਰਹੇ ਨਿੱਜੀ ਸੁਰੱਖਿਆ ਅਧਿਕਾਰੀ ਦੀ ਪੂਰੀ ਡਿਟੇਲ ਨਿੱਜੀ ਸੁਰੱਖਿਆ ਏਜੰਸੀ ਕੋਲ ਹੋਣੀ ਚਾਹੀਦੀ ਹੈ, ਜਿਵੇਂ ਕਿ ਉਸ ਦਾ ਨਾਮ, ਪਤਾ ਅਤੇ ਹੋਰ ਜ਼ਰੂਰੀ ਜਾਣਕਾਰੀ। ਪਸਾਰਾ ਐਕਟ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਬਹੁਤ ਹੀ ਫਿਕਰਮੰਦ ਹੁੰਦਾ ਹੈ ਅਤੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਜਾਂਚਦਾ ਰਹਿੰਦਾ ਹੈ। ਨਿੱਜੀ ਸੁਰੱਖਿਆ ਏਜੰਸੀਆਂ ਦੇ ਪ੍ਰਬੰਧ ਅਤੇ ਸੁਰੱਖਿਆ ਕਰਮਚਾਰੀਆਂ ਦੀ ਨਿੱਜੀ ਤੌਰ 'ਤੇ ਤਸਦੀਕ। ਇਹ ਐਕਟ ਆਪਣੀਆਂ ਏਜੰਸੀਆਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਉਹਨਾਂ ਦੀ ਸਮੇਂ ਸਿਰ ਜਾਂਚ ਪੜਤਾਲ ਕਰਦਾ ਰਹਿੰਦਾ ਹੈ ਅਤੇ ਉਹਨਾਂ ਦੇ ਪ੍ਰਬੰਧ ਅਤੇ ਉਹਨਾਂ ਦੀ ਮੈਨੇਜਮੈਂਟ ਨੂੰ ਸਮੇਂ ਸਿਰ ਚੈੱਕ ਕਰਦਾ ਰਹਿੰਦਾ ਹੈ ਅਤੇ ਕਰਮਚਾਰੀਆਂ ਦੀ ਖੁਦ ਚੱਲ ਕੇ ਤਸਦੀਕ ਕਰਦਾ ਹੈ। ਜਿਵੇਂ ਕਿ ਕੁਝ ਕਰਮਚਾਰੀਆਂ ਦਾ ਕ੍ਰਿਮੀਨਲ ਰਿਕਾਰਡ ਖਰਾਬ ਹੁੰਦਾ ਹੈ ਅਤੇ ਉਹਨਾਂ ਦੇ ਕਰੈਕਟਰ ਸਰਟੀਫਿਕੇਟ ਵੀ ਖਰਾਬ ਹੁੰਦੇ ਹਨ। ਇਸ ਦੇ ਲਈ ਇਹ ਕਾਨੂੰਨ ਨਿੱਜੀ ਤੌਰ 'ਤੇ ਸੁਰੱਖਿਆ ਕਰਮਚਾਰੀਆਂ ਦੀ ਤਸਦੀਕ ਕਰਦਾ ਹੈ ਕਿ ਉਹਨਾਂ ਦਾ ਕਰੈਕਟਰ ਅਤੇ ਉਹਨਾਂ ਦੀ ਇਮੇਜ ਸੁਸਾਇਟੀ ਦੇ ਵਿੱਚ ਕਿਵੇਂ ਦੀ ਹੈ। ਇਹ ਕਾਨੂੰਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਐਕਟ ਹੈ ਕਿ ਇਹ ਬਹੁਤ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਇਸ ਕਾਨੂੰਨ ਇਹ ਵੀ ਤੈਅ ਕਰਦਾ ਹੈ ਕਿ ਇੱਕ ਰਾਜ ਦੇ ਵਿੱਚ ਕਿੰਨੇ ਸੁਪਰਵਾਈਜ਼ਰਾਂ ਅਤੇ ਕਿੰਨੇ ਨਿਰੀਖਕਾਂ ਦੀ ਲੋੜ ਹੈ। ਇਸ ਦੇ ਅਨੁਸਾਰ ਹੀ ਸੁਰੱਖਿਆ ਏਜੰਸੀਆਂ ਨਿਰੀਖਕਾਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਦਿੰਦੀ ਹੈ। ਇਹ ਸਨ ਐਕਟ ਦੇ ਕੁਝ ਮਹੱਤਵਪੂਰਨ ਨੁਕਤੇ, ਜਿਨ੍ਹਾਂ ਦੀ ਮਦਦ ਦੇ ਨਾਲ ਇਹ ਸੁਰੱਖਿਆ ਏਜੰਸੀਆਂ ਬਹੁਤ ਹੀ ਸੁਚਾਰੂ ਢੰਗ ਦੇ ਨਾਲ ਚਲਾਈਆਂ ਜਾਂਦੀਆਂ ਹਨ ਅਤੇ ਇਹ ਰਾਜ ਨੂੰ ਬਹੁਤ ਹੀ ਗਤੀਸ਼ੀਲ ਕਰਮਚਾਰੀ ਦਿੰਦੇ ਹਨ, ਜੋ ਰਾਜ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਬਹੁਤ ਹੀ ਕਾਰਗਰ ਸਿੱਧ ਹੁੰਦੇ ਹਨ। ਹੁਣ ਆਪਾਂ ਗੱਲ ਕਰਦੇ ਹਾਂ ਸੁਰੱਖਿਆ ਕਰਮਚਾਰੀ ਦੀ ਸਿਖਲਾਈ। ਐਕਟ ਦੇ ਅਨੁਸਾਰ ਨਵੀਂ ਸਿਖਲਾਈ ਲੈ ਰਹੇ ਵਿਅਕਤੀਆਂ ਨੂੰ 160 ਘੰਟੇ ਦੀ ਸਿਖਲਾਈ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਅੱਗੇ 100 ਅਤੇ 60 ਘੰਟੇ ਦੀ ਸ਼੍ਰੇਣੀ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ 100 ਘੰਟੇ ਪੜ੍ਹਨ ਲਿਖਣ ਦੇ ਵਿੱਚ ਦਿੱਤੇ ਜਾਂਦੇ ਹਨ ਅਤੇ 60 ਘੰਟੇ ਦੀ ਫੀਲਡ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਸਿਖਲਾਈ 20 ਦਿਨਾਂ ਦੇ ਲਈ ਇੱਕ ਸੁਰੱਖਿਆ ਕਰਮਚਾਰੀ ਨੂੰ ਦਿੱਤੀ ਜਾਂਦੀ ਹੈ। ਜਿਸ ਸਿਖਲਾਈ ਦੌਰਾਨ ਸੁਰੱਖਿਆ ਕਰਮਚਾਰੀ ਨੂੰ ਪੂਰਾ ਟ੍ਰੇਨਡ ਕੀਤਾ ਜਾਂਦਾ ਹੈ, ਉਸ ਨੂੰ ਸਿਕਿਉਰਿਟੀ ਸੈਕਟਰ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਵੇਂ ਕਿ ਕਿਵੇਂ ਭੀੜ ਨੂੰ ਕੰਟਰੋਲ ਕਰਨਾ ਹੈ, ਕਿਵੇਂ ਸੰਸਥਾ ਵਿੱਚ ਅਮਨ ਸ਼ਾਂਤੀ ਬਣਾਈ ਰੱਖਣੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਕਿਸੇ ਮੁਸੀਬਤ ਨੂੰ ਠੱਲ ਪਾਉਣੀ ਹੈ। ਇਹ ਸਾਰੀਆਂ ਜਾਣਕਾਰੀਆਂ ਉਸ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਸੰਸਥਾ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਹੀ ਢੰਗ ਦੇ ਨਾਲ ਨਿਭਾ ਸਕੇ। ਇਸ ਸਿਖਲਾਈ ਦੌਰਾਨ ਸੁਰੱਖਿਆ ਗਾਰਡ ਅਤੇ ਸੁਰੱਖਿਆ ਸੁਪਰਵਾਈਜ਼ਰ ਨੂੰ ਅਲੱਗ-ਅਲੱਗ ਵਿਸ਼ੇ ਸਿਖਾਏ ਜਾਂਦੇ ਹਨ, ਜਿਨ੍ਹਾਂ ਬਾਰੇ ਆਪਾਂ ਹੁਣ ਵਿਸਥਾਰ ਦੇ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਰੀਰਕ ਤੰਦਰੁਸਤੀ ਦੀ ਸਿਖਲਾਈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ। ਇਸੇ ਲਈ ਸੁਰੱਖਿਆ ਸੁਪਰਵਾਈਜ਼ਰ ਅਤੇ ਸੁਰੱਖਿਆ ਅਧਿਕਾਰੀ ਬਹੁਤ ਹੀ ਜ਼ਿਆਦਾ ਤੰਦਰੁਸਤ ਹੋਣੇ ਚਾਹੀਦੇ ਹਨ ਤਾਂ ਜੋ ਉਹ ਕਿਸੇ ਵੀ ਘਟਨਾ ਦੌਰਾਨ ਇੱਕੋ ਦਮ ਡਿਸੀਜ਼ਨ ਲੈ ਸਕਣ ਅਤੇ ਦੁਰਘਟਨਾ ਦੌਰਾਨ ਬਹੁਤ ਹੀ ਫੁਰਤੀ ਦੇ ਨਾਲ ਕੰਮ ਕਰ ਸਕਣ। ਇਹ ਤਾਂ ਹੀ ਪੋਸੀਬਲ ਹੈ ਜੇ ਸੁਰੱਖਿਆ ਅਧਿਕਾਰੀ ਅਤੇ ਸੁਰੱਖਿਆ ਸੁਪਰਵਾਈਜ਼ਰ ਦੀ ਤੰਦਰੁਸਤੀ ਚੰਗੀ ਹੋਵੇਗੀ। ਉਹਨਾਂ ਨੂੰ ਸਰੀਰਕ ਤੰਦਰੁਸਤੀ ਦੇ ਫਾਇਦੇ ਦੱਸੇ ਜਾਂਦੇ ਹਨ ਅਤੇ ਉਹਨਾਂ ਨੂੰ ਸਰੀਰਕ ਤੰਦਰੁਸਤੀ ਬਣਾਈ ਰੱਖਣ ਦੇ ਲਈ ਵੀ ਪੈਂਤੜੇ ਦੱਸੇ ਜਾਂਦੇ ਹਨ ਤਾਂ ਜੋ ਉਹ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਣ। ਹੁਣ ਆਪਾਂ ਗੱਲ ਕਰਦੇ ਹਾਂ ਨਿੱਜੀ ਸੁਰੱਖਿਆ।
ਕਿਸੇ ਵੀ ਮੁਸੀਬਤ ਵਿੱਚ ਫਸਣ ਤੋਂ ਪਹਿਲਾਂ ਆਪਣੀ ਰੱਖਿਆ ਕਰਨੀ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਸ ਦੇ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਆਪਣੀ ਸੁਰੱਖਿਆ ਕਰਨ ਦੇ ਪੈਂਤੜੇ ਦੱਸੇ ਜਾਂਦੇ ਹਨ, ਜਿਸ ਵਿੱਚ ਉਸ ਨੂੰ ਨਿੱਜੀ ਸੁਰੱਖਿਆ ਦੀ ਜ਼ਰੂਰੀ ਸਿਖਲਾਈ ਦਿੱਤੀ ਜਾਂਦੀ ਹੈ। ਅੱਗ ਨੂੰ ਬੁਝਾਉਣਾ, ਜਿਵੇਂ ਕਿ ਕਿਸੇ ਵੀ ਸੰਸਥਾ ਵਿੱਚ ਅੱਗ ਲੱਗ ਜਾਣਾ ਇੱਕ ਮਾਮੂਲੀ ਗੱਲ ਹੁੰਦੀ ਹੈ। ਇਸ ਦੇ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਅੱਗ ਨੂੰ ਬੁਝਾਉਣ ਦੇ ਨਾਲ ਨਾਲ ਅੱਗ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜਿਵੇਂ ਕਿ ਅੱਗ ਕਈ ਪ੍ਰਕਾਰ ਦੀ ਹੁੰਦੀ ਹੈ, ਉਸ ਨੂੰ ਸਹੀ ਤਰੀਕੇ ਦੇ ਨਾਲ ਠੱਲ ਪਾਉਣ ਦੇ ਲਈ ਉਸ ਨੂੰ ਅੱਗ ਦੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਉਹ ਆਪਣੇ ਕੰਮ ਨੂੰ ਬਹੁਤ ਹੀ ਫੁਰਤੀ ਦੇ ਨਾਲ ਅਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਰ ਸਕਦਾ ਹੈ। ਭੀੜ ਨੂੰ ਕਾਬੂ ਕਰਨਾ, ਜਿਵੇਂ ਕਿ ਕੁਝ ਸੰਸਥਾਵਾਂ ਦੇ ਵਿੱਚ ਲੋਕਾਂ ਦੀ ਆਉਣ ਜਾਣ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਅਤੇ ਕਈ ਸੰਸਥਾਵਾਂ ਦੇ ਵਿੱਚ ਲੋਕਾਂ ਦੀ ਭੀੜ ਬਹੁਤ ਹੀ ਜ਼ਿਆਦਾ ਲੱਗ ਜਾਂਦੀ ਹੈ। ਜਿੱਥੇ ਭੀੜ ਇਕੱਠੀ ਹੋ ਜਾਂਦੀ ਹੈ, ਉਸੇ ਭੱਜ ਦੌੜ ਅਤੇ ਦੰਗੇ ਫਸਾਦ ਹੋਣ ਦੇ ਨੋਰਮਲ ਕਾਰਨ ਹੁੰਦੇ ਹਨ। ਇਸ ਦੇ ਲਈ ਉਸ ਨੂੰ ਭੀੜ ਨੂੰ ਕੰਟਰੋਲ ਕਰਨਾ ਅਤੇ ਭੀੜ ਨੂੰ ਤਿੱਤਰ ਬਿੱਤਰ ਕਰਨ ਦੇ ਤਰੀਕੇ ਵੀ ਆਉਣੇ ਜ਼ਰੂਰੀ ਹਨ। ਇਸ ਦੇ ਨਾਲ ਉਹ ਭੀੜ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਖੰਡਾ ਸਕਦਾ ਹੈ ਅਤੇ ਵੰਡ ਸਕਦਾ ਹੈ ਅਤੇ ਉਸ ਦੇ ਨਾਲ ਸੌਖੇ ਤਰੀਕੇ ਦੇ ਨਾਲ ਗੱਲਬਾਤ ਵੀ ਕਰ ਸਕਦਾ ਹੈ। ਜਿਵੇਂ ਕਿ ਭੀੜ ਨੂੰ ਕੰਟਰੋਲ ਕਰਨ ਦੇ ਲਈ ਉਸ ਦੇ ਨੇਤਾ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਭੀੜ ਨੂੰ ਕੰਟਰੋਲ ਕਰਨ ਵਾਲਾ ਉਸ ਦਾ ਨੇਤਾ ਹੁੰਦਾ ਹੈ। ਜਿਸ ਤਰ੍ਹਾਂ ਉਸ ਭੀੜ ਦਾ ਨੇਤਾ ਨਿਰਦੇਸ਼ ਦਿੰਦਾ ਹੈ, ਭੀੜ ਉਸੇ ਤਰ੍ਹਾਂ ਕਰਦੀ ਹੈ। ਜੇ ਆਪਾਂ ਨੇਤੇ ਨੂੰ ਆਪਣੇ ਕੰਟਰੋਲ ਵਿੱਚ ਕਰ ਲਈਏ ਤਾਂ ਆਪਾਂ ਭੀੜ ਨੂੰ ਆਪਣੇ ਕਾਬੂ ਵਿੱਚ ਕਰਨ ਦੇ ਵਿੱਚ ਵੀ ਸਹਾਈ ਹੋ ਜਾਂਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਪਹਿਚਾਣ ਪੱਤਰ ਦੀ ਜਾਣ ਪਹਿਚਾਣ। ਕਿਸੇ ਵੀ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਪਹਿਚਾਣ ਪੱਤਰ ਬਣਿਆ ਹੁੰਦਾ ਹੈ ਤਾਂ ਜੋ ਸੰਸਥਾ ਦੇ ਵਿੱਚ ਕੋਈ ਅਣਪਛਾਤਾ ਵਿਅਕਤੀ ਨਾ ਆ ਸਕੇ। ਇਸ ਦੇ ਲਈ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਪਹਿਚਾਣ ਪੱਤਰ ਨੂੰ ਪੜ੍ਹਨਾ, ਦੇਖਣਾ ਅਤੇ ਉਸ ਨੂੰ ਸਮਝਣ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਮੁੱਢਲੀ ਸਹਾਇਤਾ ਦਾ ਵਿਸ਼ਾ ਵੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਜਿਸ ਵਿੱਚ ਸੁਰੱਖਿਆ ਅਧਿਕਾਰੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਕਿਸੇ ਵੀ ਦੁਰਘਟਨਾ ਦੌਰਾਨ ਜੇ ਕਿਸੇ ਨੂੰ ਸੱਟ ਵੱਜ ਜਾਂਦੀ ਹੈ ਤਾਂ ਉਸ ਨੂੰ ਮੁੱਢਲੀ ਸਹਾਇਤਾ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਮੁੱਢਲੀ ਸਹਾਇਤਾ ਦੇਣ ਤੋਂ ਪਹਿਲਾਂ ਵਿਅਕਤੀ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਕਿਉਂਕਿ ਦੁਰਘਟਨਾ ਦੌਰਾਨ ਸਥਿਤੀ ਬਹੁਤ ਹੀ ਨਾਜ਼ੁਕ ਹੁੰਦੀ ਹੈ ਅਤੇ ਆਪਣੇ ਸਰੀਰ ਦੇ ਅੰਗ ਵੀ ਬਹੁਤ ਨਾਜ਼ੁਕ ਹੁੰਦੇ ਹਨ। ਇਸ ਦੇ ਲਈ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਹੋਣਾ ਜ਼ਰੂਰੀ ਹੈ। ਸੰਕਟ ਮੌਕੇ ਢੁਕਵੇਂ ਹੱਲ ਕਰਨਾ, ਸੁਰੱਖਿਆ ਅਧਿਕਾਰੀ ਬਹੁਤ ਹੀ ਫੁਰਤੀਲਾ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਦੁਰਘਟਨਾ ਦੌਰਾਨ ਉਹ ਜਲਦੀ ਤੋਂ ਜਲਦੀ ਹੱਲ ਕੱਢ ਸਕੇ ਅਤੇ ਸਥਿਤੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਸਕੇ। ਇਸ ਦੇ ਲਈ ਵੀ ਉਸ ਨੂੰ ਟ੍ਰੇਨ ਕੀਤਾ ਜਾਂਦਾ ਹੈ ਤਾਂ ਜੋ ਉਹ ਲੋੜ ਪੈਣ 'ਤੇ ਸੰਕਟ ਸਮੇਂ ਢੁਕਵੇਂ ਹੱਲ ਕੱਢ ਸਕੇ ਅਤੇ ਸਥਿਤੀ ਨੂੰ ਜਲਦੀ ਤੋਂ ਜਲਦੀ ਸਥਿਰ ਕਰ ਸਕੇ। ਇਹ ਸਨ ਕੁਝ ਮਹੱਤਵਪੂਰਨ ਵਿਸ਼ੇ ਜੋ ਇੱਕ ਸੁਰੱਖਿਆ ਸੁਪਰਵਾਈਜ਼ਰ ਅਤੇ ਸੁਰੱਖਿਆ ਗਾਰਡ ਨੂੰ ਸਿਖਲਾਈ ਦੇ ਦੌਰਾਨ ਪੜ੍ਹਾਏ ਜਾਂਦੇ ਹਨ ਅਤੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਜਿਵੇਂ ਕਿ ਸਾਰੇ ਸੋਚਦੇ ਹੋਣੇ, ਨਿੱਜੀ ਸੁਰੱਖਿਆ ਅਧਿਕਾਰੀ ਦੀ ਸਿਖਲਾਈ ਪੂਰੀ ਹੋਣ ਦੇ ਬਾਅਦ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੋਣੀ, ਇਹ ਸਾਰੇ ਗਲਤ ਸੋਚ ਰਹੇ ਹਨ। ਪਸਾਰਾ ਐਕਟ 2005 ਦੇ ਅਨੁਸਾਰ ਕਿਸੇ ਵੀ ਨਿੱਜੀ ਸੁਰੱਖਿਆ ਅਧਿਕਾਰੀ ਨੂੰ ਨੌਕਰੀ ਲੈਣ ਤੋਂ ਪਹਿਲਾਂ ਜਾਂ ਸੁਪਰਵਾਈਜ਼ਰ ਲੱਗਣ ਤੋਂ ਪਹਿਲਾਂ ਏਜੰਸੀ ਦੁਆਰਾ ਚਾਲ ਚੱਲਣ ਦਾ ਸਰਟੀਫਿਕੇਟ ਵੀ ਪ੍ਰਾਪਤ ਕਰਨਾ ਪੈਂਦਾ ਹੈ, ਜਿਹਨੂੰ ਆਪਾਂ ਕਰੈਕਟਰ ਸਰਟੀਫਿਕੇਟ ਵੀ ਕਹਿ ਦਿੰਦੇ ਹਾਂ। ਸਿਖਲਾਈ ਪੂਰੀ ਹੋਣ ਦੇ ਬਾਅਦ ਸੁਰੱਖਿਆ ਏਜੰਸੀਆਂ ਸੁਰੱਖਿਆ ਕਰਮਚਾਰੀ ਦੇ ਕਰੈਕਟਰ ਬਾਰੇ ਪਤਾ ਕਰਦੀ ਹੈ ਅਤੇ ਸਾਰੀ ਤਸਦੀਕ ਕਰਦੀ ਹੈ। ਇਹ ਸਾਰੀ ਤਸਦੀਕ ਪੂਰੀ ਕਰਨ ਦੇ ਬਾਅਦ ਸੁਰੱਖਿਆ ਕਰਮਚਾਰੀ ਨੂੰ ਇੱਕ ਕਰੈਕਟਰ ਸਰਟੀਫਿਕੇਟ ਦਿੰਦੀ ਹੈ, ਜੋ ਕਿ ਉਸ ਨੂੰ ਨੌਕਰੀ ਲੈਣ ਦੇ ਲਈ ਬਹੁਤ ਹੀ ਸਹਾਈ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਨਿੱਜੀ ਸੁਰੱਖਿਆ ਕਰਮਚਾਰੀ ਦੀਆਂ ਸੇਵਾ ਸ਼ਰਤਾਂ। PSARA 2005 ਦੇ ਅਨੁਲਾਗ ਜਾਂ ਦਸਤਾਵੇਜ਼ਾਂ ਦੇ ਅਨੁਸਾਰ ਲਾਇਸੈਂਸ ਪ੍ਰਾਪਤ ਕਰਨ ਵਾਲੇ ਨੂੰ ਜਾਂ ਨਿੱਜੀ ਸੁਰੱਖਿਆ ਏਜੰਸੀ ਚਲਾਉਣ ਦੇ ਲਈ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਪਸਾਰਾ ਐਕਟ 2005 ਨੇ ਕੁਝ ਕਾਨੂੰਨ ਬਣਾਏ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਸੰਸਥਾਵਾਂ ਨੇ
ਚੱਲਣਾ ਹੁੰਦਾ ਹੈ ਤਾਂ ਜੋ ਉਹਨਾਂ ਦਾ ਲਾਇਸੈਂਸ ਕੈਂਸਲ ਨਾ ਹੋ ਸਕੇ। ਜਿਵੇਂ ਕਿ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣੀ, ਉਹਨਾਂ ਨੂੰ ਘੱਟੋ ਘੱਟ ਤਨਖਾਹ ਦੇਣੀ ਅਤੇ ਉਦਯੋਗਿਕ ਮਾਮਲਿਆਂ ਨੂੰ ਆਪਣੇ ਆਪ 'ਤੇ ਨਿਪਟਾਰਾ ਕਰਨਾ ਜਾਂ ਉੱਥੋਂ ਦੀਆਂ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣਾ। ਇਸ ਤਰ੍ਹਾਂ ਦੇ ਕੁਝ ਕਾਨੂੰਨ ਬਣਾਏ ਹੋਏ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਹਰੇਕ ਸੰਸਥਾ ਦਾ ਨਿਯਮ ਹੁੰਦਾ ਹੈ। ਅਗਰ ਉਹ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਲਾਇਸੈਂਸ ਕੈਂਸਲ ਹੋਣ ਦੀ ਵੀ ਆਸ਼ੰਕਾ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤਨਖਾਹਾਂ ਦੀ ਅਦਾਇਗੀ ਸੰਬੰਧੀ ਕਾਨੂੰਨ 1936। ਕਾਰਖਾਨੇ ਵਿੱਚ ਕੰਮ ਕਰਨ ਵਾਲੇ ਵਰਗਾਂ 'ਤੇ ਲਾਗੂ ਹੁੰਦਾ ਹੈ। ਇਹ ਕਾਨੂੰਨ ਦਾ ਦਾਇਰਾ ਉਹਨਾਂ ਵਿਅਕਤੀਆਂ ਤੱਕ ਸੀਮਿਤ ਹੈ ਜੋ ਹਰੇਕ ਮਹੀਨੇ ਕੰਮ ਕਰਨ ਦੇ ਬਦਲੇ ਤਨਖਾਹ ਪ੍ਰਾਪਤ ਕਰਦੇ ਹਨ ਅਤੇ ਰਜਿਸਟਰਡ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ। ਇਹ ਕਾਨੂੰਨ ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦੇ ਨਾਲ ਕਿਸੇ ਵੀ ਮਸਲੇ ਨਾਲ ਨਜਿੱਠਣ ਦੇ ਲਈ ਮਦਦ ਕਰਦਾ ਹੈ। ਹੁਣ ਆਪਾਂ ਗੱਲ ਕਰਾਂਗੇ ਕਾਨੂੰਨ ਦੇ ਮੁੱਖ ਮੱਦਾਂ। ਜਿਵੇਂ ਕਿ ਇਹ ਕਾਨੂੰਨ ਅਦਾਇਗੀ ਨੂੰ ਸਮੇਂ ਸਿਰ ਕਰਵਾਉਣ ਦੇ ਲਈ ਪ੍ਰਬੰਧ ਕਰਦਾ ਹੈ ਅਤੇ ਉਹ ਸੰਸਥਾ ਨੂੰ ਪਾਬੰਦ ਕਰਦਾ ਹੈ ਕਿ ਉਹ ਕਰਮਚਾਰੀਆਂ ਨੂੰ ਉਹਨਾਂ ਦੀ ਬਣਦੀ ਤਨਖਾਹ ਸਮੇਂ ਸਿਰ ਦੇਵੇ। ਜਿਵੇਂ ਕਿ ਕੁਝ ਸੰਸਥਾ ਦੇ ਵਿੱਚ ਰੂਲ ਹੁੰਦਾ ਹੈ ਕਿ ਉਹ ਕਰਮਚਾਰੀ ਦੀ ਤਨਖਾਹ 1 ਤਰੀਕ ਨੂੰ ਦੇਵੇ ਜਾਂ ਉਹ ਕਰਮਚਾਰੀ ਨੂੰ ਤਨਖਾਹ ਪਹਿਲੇ 10 ਦਿਨਾਂ ਦੇ ਵਿੱਚ ਉਸ ਨੂੰ ਪੁੱਜਦੀ ਕਰ ਦੇਵੇ। ਕੰਮ ਦੇ ਸਮੇਂ ਦੌਰਾਨ ਵਰਤਮਾਨ ਕਰੰਸੀ ਵਿੱਚ ਤਨਖਾਹ ਨਕਦ ਦੇ ਦਿੱਤੀ ਜਾਵੇ। ਇਸ ਦੇ ਵਿੱਚ ਇਹ ਵੀ ਤੈਅ ਕੀਤਾ ਜਾਂਦਾ ਹੈ ਕਿ ਕਰਮਚਾਰੀ ਨੂੰ ਤਨਖਾਹ ਕਿਸ ਕਰੰਸੀ ਵਿੱਚ ਦੇਣੀ ਹੈ, ਤਾਂ ਇਹ ਵੀ ਤੈਅ ਹੁੰਦਾ ਹੈ ਕਿ ਕਰਮਚਾਰੀ ਨੂੰ ਤਨਖਾਹ ਵਰਤਮਾਨ ਕਰੰਸੀ ਦੇ ਵਿੱਚ ਹੀ ਦਿੱਤੀ ਜਾਵੇ, ਨਾ ਕਿ ਕਿਸੇ ਹੋਰ ਕਰੰਸੀ ਦੇ ਵਿੱਚ। ਸਿਰਫ ਮਨਜ਼ੂਰਸ਼ੁਦਾ ਕਟੌਤੀਆਂ ਹੀ ਤਨਖਾਹ ਦੇ ਵਿੱਚੋਂ ਕੀਤੀਆਂ ਜਾ ਸਕਦੀਆਂ ਹਨ। ਜਿਵੇਂ ਕਿ ਕਰਮਚਾਰੀਆਂ ਦੇ ਤਨਖਾਹ ਦੇ ਵਿੱਚੋਂ ਬਹੁਤ ਹੀ ਕਿਸਮ ਦੀਆਂ ਕਟੌਤੀਆਂ ਕੀਤੀਆਂ ਜਾਂਦੀਆਂ ਹਨ, PF, GF, ਤਾਂ ਉਹ ਕਟੌਤੀਆਂ ਦੀ ਜਾਣਕਾਰੀ ਕਰਮਚਾਰੀਆਂ ਨੂੰ ਹੋਣੀ ਚਾਹੀਦੀ ਹੈ ਅਤੇ ਸਿਰਫ ਮਨਜ਼ੂਰਸ਼ੁਦਾ ਕਟੌਤੀਆਂ ਹੀ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਰਮਚਾਰੀ ਨੂੰ ਉਸ ਦੀ ਬਣਦੀ ਤਨਖਾਹ ਮਿਲ ਸਕੇ। ਤਨਖਾਹਾਂ ਦਾ ਵੇਰਵਾ ਵੀ ਕਰਮਚਾਰੀਆਂ ਕੋਲ ਹੋਣਾ ਚਾਹੀਦਾ ਹੈ। ਮਜ਼ਦੂਰਾਂ ਨੂੰ ਉਹਨਾਂ ਦੀਆਂ ਤਨਖਾਹ ਦੀਆਂ ਸਲਿੱਪਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਬੈਂਕ ਤੋਂ ਲੋਨ ਲੈਣ ਸਮੇਂ ਉਹ ਸਲਿੱਪਾਂ ਦੀ ਵਰਤੋਂ ਕਰ ਸਕੇ। ਇਹ ਕਾਨੂੰਨ ਤਨਖਾਹਾਂ ਦੇ ਸੰਬੰਧ ਵਿੱਚ ਸਾਰੀਆਂ ਕਠਿਨਾਈਆਂ ਨੂੰ ਹੱਲ ਕਰਨ ਦੇ ਲਈ ਕਰਮਚਾਰੀਆਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਤਨਖਾਹ ਸਮੇਂ ਸਿਰ ਅਤੇ ਪੂਰੀ ਤਨਖਾਹ ਦਿਵਾਉਣ ਦੇ ਲਈ ਮਦਦ ਕਰਦਾ ਹੈ। ਤਨਖਾਹਾਂ ਦੀ ਕਠਿਨਾਈਆਂ ਤੋਂ ਬਿਨਾਂ ਕਰਮਚਾਰੀਆਂ ਨੂੰ ਸੰਸਥਾ ਦੇ ਵਿੱਚ ਬਹੁਤ ਹੀ ਲੜਾਈ ਝਗੜੇ ਅਤੇ ਮਤਭੇਦਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ ਹੱਲ ਕਰਨ ਦੇ ਲਈ ਉਦਯੋਗਿਕ ਵਿਵਾਦ ਐਕਟ 1936 ਲਿਆਂਦਾ ਗਿਆ ਸੀ। ਭਾਰਤ ਵਿੱਚ ਉਦਯੋਗਿਕ ਵਿਵਾਦ ਐਕਟ ਇੱਕ ਪ੍ਰਮੁੱਖ ਕਾਨੂੰਨ ਹੈ ਜੋ ਉਦਯੋਗਿਕ ਵਿਵਾਦਾਂ ਦੀ ਤਫਤੀਸ਼ ਅਤੇ ਉਹਨਾਂ ਨੂੰ ਹੱਲ ਕਰਨ ਲਈ ਬਣਾਇਆ ਗਿਆ ਹੈ। ਇਹ ਕਾਨੂੰਨ ਵਿੱਚ ਸੰਨ 2010 ਵਿੱਚ ਸੋਧ ਕੀਤੀ ਗਈ ਸੀ। ਇਹ ਸੋਧ 15 ਸਤੰਬਰ 2010 ਤੋਂ ਲਾਗੂ ਕੀਤੀ ਗਈ। ਕਾਰਖਾਨੇ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਹੀ ਪਰੇਸ਼ਾਨੀਆਂ ਆਉਂਦੀਆਂ ਹਨ। ਜਿਵੇਂ ਕਿ ਉਹਨਾਂ ਨੂੰ ਮਾਲਕ ਤੋਂ ਪਰੇਸ਼ਾਨੀ ਆ ਸਕਦੀ ਹੈ ਜਾਂ ਉਸਦੇ ਨਾਲ ਮਤਭੇਦ ਹੋ ਸਕਦੇ ਹਨ ਜਾਂ ਉਹ ਕੰਮ ਕਰਨ ਤੋਂ ਹਟਾਏ ਜਾ ਸਕਦੇ ਹਨ। ਅਜਿਹੇ ਉਦਯੋਗਿਕ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਇਹ ਕਾਨੂੰਨ ਬਹੁਤ ਹੀ ਕਾਰਗਰ ਸਿੱਧ ਹੁੰਦਾ ਹੈ ਅਤੇ ਇਹ ਸਾਰੀਆਂ ਕਠਿਨਾਈਆਂ ਨੂੰ ਹੱਲ ਕਰਦਾ ਹੈ। ਇਹ ਕਾਨੂੰਨ ਵਿਵਾਦਾਂ ਦੀ ਚੰਗੀ ਤਰ੍ਹਾਂ ਤਫਤੀਸ਼ ਕਰਦਾ ਹੈ ਅਤੇ ਉਹਨਾਂ ਦਾ ਢੁਕਵਾਂ ਹੱਲ ਕੱਢਦਾ ਹੈ। ਹੁਣ ਆਪਾਂ ਡਿਸਕਸ ਕਰਦੇ ਹਾਂ ਘੱਟ ਤੋਂ ਘੱਟ ਉਜਰਤਾਂ ਸੰਬੰਧੀ ਕਾਨੂੰਨ 1948, ਮਿਨੀਮਮ ਵੇਜਿਸ ਐਕਟ 1948। ਇਹ ਕਾਨੂੰਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਬਣਾਇਆ ਗਿਆ ਹੈ। ਜ਼ਿਆਦਾਤਰ ਗੈਰ ਜਥੇਬੰਦੀਆਂ ਖੇਤਰ ਵਿੱਚ ਘੱਟ ਤੋਂ ਘੱਟ ਤਨਖਾਹਾਂ ਲਾਗੂ ਕਰਨ ਵਿੱਚ ਹੇਰਾਫੇਰੀ ਰੋਕਣ ਅਤੇ ਵਿਸ਼ੇਸ਼ ਰੁਜ਼ਗਾਰਾਂ ਵਿੱਚ ਠੀਕ ਤਰ੍ਹਾਂ ਘੱਟੋ ਘੱਟ ਉਜਰਤਾਂ ਦੇਣ ਲਈ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਇਹ ਕਾਨੂੰਨ ਮਾਲਕਾਂ ਨੂੰ ਪਾਬੰਦ ਕਰਦਾ ਹੈ ਕਿ ਉਹ ਆਪਣੇ ਕਾਮਿਆਂ ਜਾਂ ਕਰਮਚਾਰੀਆਂ ਨੂੰ ਸਮੇਂ-ਸਮੇਂ 'ਤੇ ਮਿਲਣ ਵਾਲੀਆਂ ਘੱਟੋ ਘੱਟ ਉਜਰਤਾਂ ਜ਼ਰੂਰ ਦੇਣ। ਇਹ ਕਾਨੂੰਨ ਕਰਮਚਾਰੀਆਂ ਨੂੰ ਘੱਟ ਤੋਂ ਘੱਟ ਉਜਰਤਾਂ ਨਾ ਮਿਲਣ ਦੇ ਸੰਬੰਧ ਵਿੱਚ ਹੋਣ ਵਾਲੀਆਂ ਸ਼ਿਕਾਇਤਾਂ ਨਾਲ
ਨਿਪਟਾਰਾ ਕਰਨ ਦੇ ਵਿੱਚ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀਆਂ ਬਣਦੇ ਹੱਕ ਦਿਵਾਉਣ ਦੇ ਲਈ ਮਦਦਗਾਰ ਸਾਬਤ ਹੁੰਦਾ ਹੈ। ਕਰਮਚਾਰੀ ਦੀ ਤਨਖਾਹ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਕਟੌਤੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕਟੌਤੀ ਦਾ ਨਾਮ ਹੈ ਪ੍ਰੋਵੀਡੈਂਟ ਫੰਡ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਵੀਡੈਂਟ ਫੰਡ ਅਤੇ ਫੁਟਕਲ ਮੁੱਦਾਂ ਵਾਲਾ ਐਕਟ 1952। ਇਹ ਮਜ਼ਦੂਰ ਅਤੇ ਉਹਨਾਂ ਦੇ ਆਸ਼ਰਿਤ ਮੈਂਬਰਾਂ ਲਈ ਬੀਮੇ ਦੀ ਸਹੂਲਤ, ਬੁਢਾਪੇ ਦੇ ਖਤਰਿਆਂ, ਸੇਵਾ ਮੁਕਤੀ, ਨੌਕਰੀ ਤੋਂ ਕੱਢਣ, ਛਾਂਟੀਕਰਨ ਜਾਂ ਮੌਤ ਦੀ ਸਥਿਤੀ ਵਿੱਚ ਸੇਵਾ ਪ੍ਰਦਾਨ ਕਰਦਾ ਹੈ। ਇਸ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨਾ ਹੈ ਕਿ ਉਹ ਬੁਢਾਪੇ ਸੰਬੰਧੀ ਆਮਦਨ ਦੀ ਸੁਰੱਖਿਆ ਦੇ ਮੱਦੇਨਜ਼ਰ ਚਲਾਏ ਜਾ ਰਹੇ ਜਨਤਕ ਪ੍ਰੋਗਰਾਮਾਂ ਨਾਲ ਵੱਧ ਤੋਂ ਵੱਧ ਜੁੜਨ। ਇਸ ਦਾ ਉਦੇਸ਼ ਲਗਾਤਾਰ ਕੋਸ਼ਿਸ਼ ਅਤੇ ਕੰਮ ਕਰਨ ਦੀ ਗੁਣਵੱਤਾ 'ਚ ਸੁਧਾਰ ਦੇ ਨਾਲ ਨਾਲ ਸੰਬੰਧਿਤ ਮੈਂਬਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ। ਇਹ ਕਾਨੂੰਨ ਇਹ ਵੀ ਤੈਅ ਕਰਦਾ ਹੈ ਕਿ ਇੱਕ ਕਰਮਚਾਰੀ ਦੀ ਤਨਖਾਹ ਦੇ ਵਿੱਚੋਂ ਕਿੰਨੀ ਪ੍ਰੋਵੀਡੈਂਟ ਫੰਡ ਦੀ ਕਟੌਤੀ ਕੀਤੀ ਜਾਵੇ ਅਤੇ ਕਿੰਨੀ ਹੋਰ ਕਟੌਤੀਆਂ ਹੋਣ, ਤਾਂ ਜੋ ਕਰਮਚਾਰੀ ਦੀ ਤਨਖਾਹ ਦੇ ਵਿੱਚੋਂ ਕੋਈ ਫਾਲਤੂ ਕਟੌਤੀ ਨਾ ਹੋਵੇ ਅਤੇ ਉਸ ਨੂੰ ਉਸ ਦੀ ਬਣਦੀ ਤਨਖਾਹ ਮਿਲ ਜਾਵੇ। ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਸਾਰੇ ਪੱਕੇ ਨਹੀਂ ਹੁੰਦੇ ਜਾਂ ਸਾਰੇ ਕੰਟਰੈਕਚੁਅਲ ਨਹੀਂ ਹੁੰਦੇ। ਇਹਨਾਂ ਵਿੱਚੋਂ ਕੁਝ ਅਧਿਕਾਰੀ ਪੱਕੇ ਹੁੰਦੇ ਹਨ ਅਤੇ ਕੁਝ ਅਧਿਕਾਰੀ ਠੇਕੇ 'ਤੇ ਰੱਖੇ ਜਾਂਦੇ ਹਨ, ਜੋ ਕਿ ਕੁਝ ਮਹੀਨੇ ਜਾਂ ਕੁਝ ਹਫ਼ਤਿਆਂ ਦੇ ਲਈ ਹੀ ਹੁੰਦੇ ਹਨ। ਅਜਿਹੇ ਕਰਮਚਾਰੀਆਂ ਦੇ ਨਾਲ ਕਿਸੇ ਵੀ ਕਿਸਮ ਦਾ ਵਿਵਾਦ ਨਾ ਹੋਵੇ ਜਾਂ ਇਹਨਾਂ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ। ਇਹਨਾਂ ਦੇ ਹੱਕਾਂ ਨੂੰ ਵੀ ਸਹੀ ਢੰਗ ਦੇ ਨਾਲ ਰੱਖਣ ਦੇ ਲਈ ਇੱਕ ਕਾਨੂੰਨ ਬਣਾਇਆ ਗਿਆ ਹੈ। ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਸੰਬੰਧੀ ਕਾਨੂੰਨ, ਨਿਯਮ ਅਤੇ ਹਟਾਉਣ ਸੰਬੰਧੀ 1970। ਕੰਟਰੈਕਟ ਲੇਬਰ ਰੈਗੂਲੇਸ਼ਨਜ਼ ਐਂਡ ਅਬੋਲਿਸ਼ਨ ਐਕਟ 1970। ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਸੰਬੰਧੀ ਕਾਨੂੰਨ ਦਾ ਉਦੇਸ਼ ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਨਿਯਮਿਤ ਕਰਨਾ ਹੈ, ਤਾਂ ਕਿ ਇਹ ਲੋਕ ਦੂਸਰੇ ਨਿਯਮਿਤ ਮਜ਼ਦੂਰਾਂ ਦੇ ਬਰਾਬਰ ਆ ਸਕਣ। ਇਹ ਸਭ ਕੁਝ ਸੇਵਾ, ਹਾਲਾਤਾਂ ਅਤੇ ਹੋਰ ਵਿਸ਼ੇਸ਼ ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਸੰਬੰਧ ਵਿੱਚ ਹੈ। ਜਿਵੇਂ ਕਿ ਇੱਕ ਸੰਸਥਾ ਦੇ ਵਿੱਚ ਕੰਮ ਕਰ ਰਹੇ ਪੱਕੇ ਮਜ਼ਦੂਰਾਂ ਨੂੰ ਬਹੁਤ ਹੀ ਸਹੂਲਤਾਂ ਮਿਲਦੀਆਂ ਹਨ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ, ਅਤੇ ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਇਹਨਾਂ ਸਹੂਲਤਾਂ ਦਾ ਮੁਨਾਫਾ ਹੋ ਸਕੇ। ਇਹ ਕਾਨੂੰਨ ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਹਾਸਲ ਕਰਨ ਦੇ ਲਈ ਮਦਦ ਕਰਦਾ ਹੈ। ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹਿੱਤ, ਉਜਰਤਾਂ, ਕੰਮ ਦੇ ਘੰਟੇ, ਸਿਹਤ ਅਤੇ ਸਮਾਜਿਕ ਸੁਰੱਖਿਆ ਦੇ ਸੰਬੰਧ ਵਿੱਚ ਇਹ ਕਾਨੂੰਨ ਠੇਕੇ ਮਜ਼ਦੂਰਾਂ ਦੀ ਮਦਦ ਕਰਦਾ ਹੈ। ਕੰਮ ਕਰਨ ਵਾਲੀ ਜਗ੍ਹਾ 'ਤੇ ਭੇਦਭਾਵ ਹੋਣਾ ਇੱਕ ਬਹੁਤ ਹੀ ਮਾਮੂਲੀ ਗੱਲ ਹੈ। ਖਾਸ ਕਰਕੇ ਭਾਰਤ ਦੇ ਵਿੱਚ ਮਰਦਾਂ ਅਤੇ ਔਰਤਾਂ ਦੇ ਵਿੱਚ ਬਹੁਤ ਹੀ ਭੇਦਭਾਵ ਕੀਤਾ ਜਾਂਦਾ ਹੈ। ਭਾਵੇਂ ਔਰਤਾਂ ਮਰਦਾਂ ਜਿੰਨਾ ਕੰਮ ਹੀ ਕਿਉਂ ਨਾ ਕਰਨ, ਪਰ ਉਹਨਾਂ ਨੂੰ ਤਨਖਾਹ ਦੇਣ ਦੇ ਮਾਮਲੇ ਵਿੱਚ ਹਰੇਕ ਵਾਰ ਘੱਟ ਹੀ ਤਨਖਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਤਨਖਾਹ ਬਰਾਬਰ ਦਿਵਾਉਣ ਦੇ ਲਈ ਵੀ ਇੱਕ ਕਾਨੂੰਨ ਸਥਾਪਿਤ ਕੀਤਾ ਗਿਆ ਹੈ। ਬਰਾਬਰ ਤਨਖਾਹ ਸੰਬੰਧੀ ਕਾਨੂੰਨ 1976। ਇਕੁਅਲ ਰੈਮੂਨੇਸ਼ਨ ਐਕਟ 1976। ਬਰਾਬਰ ਤਨਖਾਹ ਕਾਨੂੰਨ ਦਾ ਉਦੇਸ਼ ਆਦਮੀ ਅਤੇ ਔਰਤ ਮਜ਼ਦੂਰਾਂ ਨੂੰ ਇੱਕੋ ਜਿਹੀ ਅਤੇ ਬਰਾਬਰ ਤਨਖਾਹ ਦੇਣਾ ਹੈ ਅਤੇ ਹੋਣ ਵਾਲੇ ਭੇਦਭਾਵ ਨੂੰ ਰੋਕਣਾ ਹੈ, ਜੋ ਲਿੰਗ ਦੇ ਆਧਾਰ 'ਤੇ ਰੁਜ਼ਗਾਰ ਦੇ ਮਾਮਲੇ 'ਤੇ ਔਰਤਾਂ ਨਾਲ ਕੀਤਾ ਜਾਂਦਾ ਹੈ ਜਾਂ ਔਰਤਾਂ ਦੇ ਮਸਲਿਆਂ ਜਾਂ ਵਾਰਦਾਤ ਦੇ ਸੰਬੰਧ ਵਿੱਚ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਕੀਤਾ ਜਾਂਦਾ ਹੈ। ਔਰਤਾਂ ਨੂੰ ਸੰਸਥਾ ਦੇ ਵਿੱਚ ਕਾਫੀ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨਾਲ ਨਜਿੱਠਣ ਦੇ ਲਈ ਇਹ ਕਾਨੂੰਨ ਔਰਤ ਦੀ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ। ਉਸ ਔਰਤ ਨੂੰ ਇਹਨਾਂ ਵਿਵਾਦਾਂ ਤੋਂ ਨਿਪਟਾਰਾ ਦਿਵਾਉਣ ਦੇ ਲਈ ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ। ਹੁਣੇ ਆਪਾਂ ਨੇ ਕੁਝ ਕਾਨੂੰਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਜੇ ਆਪਾਂ ਨੇ ਸੰਸਥਾ ਦੇ ਵਿੱਚ ਕੰਮ ਕਰਨਾ ਹੈ ਤਾਂ ਆਪਾਂ ਨੂੰ ਉਹਨਾਂ ਕਾਨੂੰਨਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਜਾਂ
ਕੋਈ ਤਾਨਾਸ਼ਾਹੀ ਨਾ ਹੋ ਸਕੇ ਅਤੇ ਆਪਾਂ ਆਪਣੇ ਬਣਦੇ ਹੱਕ ਬਿਨਾਂ ਕਿਸੇ ਰੁਕਾਵਟ ਦੇ ਲੈ ਸਕੀਏ ਅਤੇ ਕਿਸੇ ਵੀ ਮੁਸੀਬਤ ਦਾ ਹੱਲ ਢੁਕਵੀਂ ਜਾਣਕਾਰੀ ਦੇ ਨਾਲ ਕੱਢ ਸਕਦੇ ਹਾਂ। ਧੰਨਵਾਦ।